ਸ਼੍ਰੀ ਸਤਿਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਦਾ ਰੋਜ਼ ਦੀਵਾਨ ਲਗਾ ਕੇ ਉਹਨਾਂ ਨੂੰ ਯੁੱਧ ਵਿੱਦਿਆ ਦਾ ਉਪਦੇਸ਼ ਦਿੰਦੇ ਅਤੇ ਦੱਸਦੇ ਕਿ ਯੁੱਧ ਵਿੱਚ ਦੁਸ਼ਮਣ ਨੂੰ ਕਿਹੜੇ ਦਾਵਾਂ ਘਾਵਾਂ ਨਾਲ ਮਾਰਨਾ ਠੀਕ ਹੁੰਦਾ ਹੈ। ਹੇ ਸਿੰਘੋ, ਆਪਣੀ ਮੱਤ ਉੱਚੀ ਰੱਖੋ ਤੇ ਮਨ ਨੀਵਾਂ ਰੱਖੋ। ਸ਼ਸਤਰ ਨੂੰ ਹਮੇਸ਼ਾ ਆਪਣੇ ਪਾਸ ਰੱਖੋ। ਸ਼ਸਤਰਾਂ ਨੂੰ ਇਸ ਤਰ੍ਹਾਂ ਸਮਝੋ ਜਿਵੇਂ ਤੁਹਾਡੇ ਸਰੀਰ ਦੇ ਅੰਗ ਹੀ ਹਨ। ਇੱਕ ਦੂਜੇ ਸਿੱਖ ਨੂੰ ਮਿਲ ਕੇ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਓ। ਸੰਗਤ ਵਿੱਚ ਨਿੱਤਾ ਪ੍ਰਤੀ ਜ਼ਰੂਰ ਆਓ। ਸਤਿਗੁਰੂ ਜੀ ਪਾਸ ਇੱਕ ਚੰਗਾ ਸੂਰਮਿਆਂ ਦਾ ਦਲ ਸਦਾ ਹੀ ਰਹਿੰਦਾ ਸੀ ਅਤੇ ਹੋਰ ਵੀ ਬਾਹਰੋਂ ਸੈਂਕੜਿਆਂ ਦੀ ਗਿਣਤੀ ਵਿੱਚ ਸੂਰਮੇ ਆਉਂਦੇ ਰਹਿੰਦੇ ਸਨ। ਅਨੇਕਾਂ ਸੂਰਮਿਆਂ ਨੂੰ ਪ੍ਰਸੰਨ ਹੋ ਕੇ ਗੁਰੂ ਜੀ ਆਪਣੇ ਪਾਸੋਂ ਘੋੜੇ ਦੇ ਦਿੰਦੇ ਸਨ ਤੇ ਕਈ ਆਪ ਮੁੱਲ ਖਰੀਦ ਲੈਂਦੇ ਸਨ। ਸੌਦਾਗਰ ਚੰਗੇ ਚੰਗੇ ਘੋੜੇ ਲੈ ਕੇ ਗੁਰੂ ਜੀ ਪਾਸ ਵੇਚਣ ਵਾਸਤੇ ਲਿਆਉਂਦੇ ਰਹਿੰਦੇ ਸਨ। ਹਾਥੀ ਗੁਰੂ ਜੀ ਦੇ ਦਰਬਾਰ ਵਿੱਚ ਬਹੁਤ ਸੁੰਦਰ ਹੁੰਦੇ ਅਤੇ ਸਾਜੋ ਸਮਾਨ ਨਾਲ ਸ਼ਿੰਗਾਰੇ ਹੋਏ ਝੂਲਦੇ ਰਹਿੰਦੇ ਸਨ। ਵੱਖੋ ਵੱਖ ਇਲਾਕੇ ਦੇ ਸੈਨਿਕ ਸੂਰਮੇ ਵੱਖੋ ਵੱਖ ਡੇਰਿਆਂ ਵਿੱਚ ਰਹਿੰਦੇ ਸਨ। ਰਾਜਿਆਂ ਦੇ ਵਕੀਲ ਵੀ ਗੁਰੂ ਜੀ ਦੀ ਸਭਾ ਵਿੱਚ ਹਾਜ਼ਰ ਰਹਿੰਦੇ ਸਨ। ਇਸ ਤਰ੍ਹਾਂ ਗੁਰੂ ਦਰਬਾਰ ਦੀ ਸ਼ੋਭਾ ਰਾਜਿਆਂ ਮਹਾਰਾਜਿਆਂ ਦੇ ਦਰਬਾਰ ਨਾਲੋਂ ਵੀ ਚੜ੍ਹਦੀ ਕਲਾ ਵਿੱਚ ਰਹਿੰਦੀ। ਇਸ ਤਰ੍ਹਾਂ ਜਦ ਬਹੁਤ ਸੈਨਿਕ ਸਿੱਖ ਸ਼ਰਧਾਲੂ ਦਰਸ਼ਨ ਕਰਨ ਵਾਲੇ ਅਤੇ ਘੋੜੇ ਹਾਥੀ ਅਨੰਦਪੁਰ ਵਿੱਚ ਇਕੱਠੇ ਹੋ ਗਏ ਤਾਂ ਨੇੜੇ ਤੇੜੇ ਘੋੜਿਆਂ ਵਾਸਤੇ ਘਾਹ ਪੱਠਾ ਆਦਿ ਕਿਤੇ ਨਾ ਰਿਹਾ। ਇਸ ਤਰ੍ਹਾਂ ਚਾਰੇ ਦੀ ਤੰਗੀ ਵੇਖ ਕੇ ਸਿੱਖਾਂ ਨੇ ਆਪ ਜੀ ਤੋਂ ਆਗਿਆ ਮੰਗੀ ਕਿ ਜੇ ਹੁਕਮ ਕਰੋ ਤਾਂ ਦੂਨ ਵਿੱਚੋਂ ਘੋੜੇ ਹਾਥੀਆਂ ਵਾਸਤੇ ਚਾਰਾ ਲੈ ਆਇਆ ਕਰੀਏ। ਗੁਰੂ ਜੀ ਨੇ ਫਰਮਾਇਆ ਕਿ ਜਿੱਥੇ ਘਾਹ ਪੱਠਾ ਹੋਵੇ ਉੱਥੋਂ ਉਸ ਦੇ ਮਾਲਕ ਨੂੰ ਮੁੱਲ ਦੇ ਕੇ ਲੈ ਆਇਆ ਕਰੋ, ਪਰ ਜੇ ਉਹ ਮਾਲਕ ਨਾ ਕਰੇ ਤਾਂ ਜ਼ਬਰਦਸਤੀ ਵੱਢ ਕੇ ਲੈ ਆਉਣਾ। ਜੇ ਕੋਈ ਖੁਸ਼ੀ ਨਾਲ ਗੁਰੂ ਘਰ ਸਮਝ ਕੇ ਮੁਫਤ ਹੀ ਭੇਟਾ ਕਰ ਦੇਵੇ ਤਾਂ ਉਸ ਦੀ ਹਰ ਪ੍ਰਕਾਰ ਦੀ ਸਹਾਇਤਾ ਕਰਨੀ। ਆਪਣੀ ਲੋੜ ਤੋਂ ਬਹੁਤੀ ਕੋਈ ਚੀਜ਼ ਨਾ ਲੈਣੀ। ਸਤਿਗੁਰੂ ਜੀ ਦੀ ਆਗਿਆ ਲੈ ਕੇ ਦੂਸਰੇ ਦਿਨ ਖਾਲਸਾ ਜੀ ਨੇ ਸ਼ਸਤਰ ਪਹਿਨ ਲਏ ਅਤੇ ਘੋੜਿਆਂ ਤੇ ਸਵਾਰ ਹੋ ਕੇ ਪਹਿਲਾਂ ਰਾਜਾ ਭੀਮ ਚੰਦ ਦੇ ਇਲਾਕੇ ਦੇ ਪਿੰਡਾਂ ਵਿੱਚ ਗਏ। ਜਿਨ੍ਹਾਂ ਲੋਕਾਂ ਨੇ ਆਪਣੇ ਆਪ ਹੀ ਲੋੜੀਂਦੀਆਂ ਚੀਜ਼ਾਂ ਭੇਟਾ ਕਰ ਦਿੱਤੀਆਂ ਉਹਨਾਂ ਨੂੰ ਹੋਰ ਕੁਝ ਨਾ ਆਖਿਆ, ਪਰ ਜਿਹੜੇ ਅੱਗੋਂ ਆਕੜ ਅਥਵਾ ਸ਼ਸਤਰ ਲੈ ਕੇ ਲੜਾਈ ਵਾਸਤੇ ਸਾਹਮਣੇ ਹੋਏ ਉਹਨਾਂ ਨੂੰ ਚੰਗੀ ਤਰ੍ਹਾਂ ਸੋਧ ਕੇ ਉਹਨਾਂ ਦੀਆਂ ਖੇਤੀਆਂ ਵੱਢ ਕੇ ਆਪਣੇ ਡੇਰੇ ਲੈ ਆਂਦੀਆਂ। ਦੂਸਰੇ ਦਿਨ ਦੂਸਰੇ ਪਿੰਡ ਤੇ ਤੀਸਰੇ ਚੌਥੇ ਪਿੰਡਾਂ ਵਿੱਚ ਦਿਨ ਪ੍ਰਤੀ ਤੀਸਰੇ ਚੌਥੇ ਦਿਨ ਜਾ ਕੇ ਖਾਲਸਾ ਇਸੇ ਤਰ੍ਹਾਂ ਨਿੱਤਾ ਪ੍ਰਤੀ ਘਾਹ ਦੁੱਧ ਦਹੀਂ ਅੰਨ ਆਦਿਕ ਲੋੜੀਂਦੀਆਂ ਚੀਜ਼ਾਂ ਲੈ ਆਉਂਦਾ। ਕੁਝ ਦਿਨਾਂ ਉਪਰੰਤ ਇਸ ਦਾ ਸਾਰੇ ਪਹਾੜੀ ਦੇਸ਼ਾਂ ਵਿੱਚ ਰੌਲਾ ਪੈ ਗਿਆ ਕਿ ਗੁਰੂ ਜੀ ਦੇ ਸਿੰਘ ਪਿੰਡਾਂ ਵਿੱਚੋਂ ਲੋਕਾਂ ਨੂੰ ਮਾਰ ਕੁੱਟ ਕੇ ਜੋਰੋ ਜੋਰੀ ਚੀਜ਼ਾਂ ਲੈ ਆਉਂਦੇ ਹਨ। ਕਈ ਪਿੰਡਾਂ ਦੇ ਲੋਕਾਂ ਨੂੰ ਆਪਣੀ ਖੁਸ਼ੀ ਨਾਲ ਹੀ ਪੱਠੇ ਆਦਿਕ ਦੇਣੇ ਪ੍ਰਵਾਨ ਕਰ ਲਏ ਅਤੇ ਕਈ ਆਪਣੇ ਰਾਜਿਆਂ ਪਾਸ ਫਰਿਆਦੀ ਜਾ ਹੋਏ। ਰਾਜਾ ਭੀਮ ਚੰਦ ਨੇ ਆਪਣੀ ਪ੍ਰਜਾ ਦੀ ਪੁਕਾਰ ਸੁਣ ਕੇ ਰਾਜਾ ਹੰਡੂਰੀਆ ਅਤੇ ਜਸਵਾਲੀਆ ਆਦਿਕ ਨਾਲ ਸਲਾਹ ਕਰਕੇ ਆਪਣੇ ਪਿੰਡਾਂ ਵਿੱਚ ਫੌਜੀ ਚੌਕੀਆਂ ਬਿਠਾ ਦਿੱਤੀਆਂ ਅਤੇ ਸਲਾਹ ਕੀਤੀ ਕਿ ਜੇ ਗੁਰੂ ਜੀ ਦੇ ਆਦਮੀ ਹੁਣ ਸ਼ਿਕਾਰ ਖੇਡਣ ਦੇ ਬਹਾਨੇ ਪਿੰਡਾਂ ਵਿੱਚ ਆਉਣ ਤਾਂ ਸਾਰੇ ਮਿਲ ਕੇ ਇੱਕਸਾਰ ਉਹਨਾਂ ਨੂੰ ਐਸੀ ਮਾਰ ਮਾਰੋ ਕਿ ਫੇਰ ਮੁੜ ਕੇ ਇੱਧਰ ਮੂੰਹ ਨਾ ਕਰਨ। ਜੇ ਗੁਰੂ ਜੀ ਆਪ ਇੱਧਰ ਆਉਣ ਤਾਂ ਗੋਲੀਆਂ ਦਾ ਨਿਸ਼ਾਨਾ ਬਣਾ ਦਿਓ, ਮੁੜ ਕੇ ਘਰ ਨਾ ਜਾਣ ਦਿਓ। ਭੀਮ ਚੰਦ ਨੇ ਕਿਹਾ, ਐ ਪਹਾੜੀ ਵੀਰ ਬਹਾਦਰੋ, ਜੇ ਤੁਸੀਂ ਸਾਹਮਣੇ ਹੋ ਕੇ ਜੰਗ ਨਾ ਕਰੋਗੇ ਤਾਂ ਗੁਰੂ ਤੁਹਾਡਾ ਸਾਰਾ ਰਾਜ ਨਾਸ਼ ਕਰ ਦੇਵੇਗਾ। ਇੱਕ ਦਿਨ ਦੀਵਾਨ ਵਿੱਚ ਯੁੱਧ ਦੀ ਗੱਲਬਾਤ ਚੱਲ ਪਈ। ਸਿੰਘਾਂ ਨੇ ਕਿਹਾ, ਪਹਾੜੀਏ ਗੁੱਸਾ ਖਾ ਖਾ ਕੇ ਲੜਦੇ ਹਨ, ਪਰ ਫੇਰ ਵੀ ਰਣ ਵਿੱਚ ਉਹ ਸਿੰਘਾਂ ਅੱਗੇ ਠਹਿਰਦੇ ਨਹੀਂ। ਜਦੋਂ ਮਾਰ ਪੈਂਦੀ ਹੈ ਕਾਇਰ ਹੋ ਕੇ ਭੱਜ ਜਾਂਦੇ ਹਨ। ਗੁਰੂ ਜੀ ਨੇ ਕਿਹਾ, ਖਾਲਸੇ ਦਾ ਬਹੁਤ ਤੇਜ ਵਧੇਗਾ। ਇਹਨਾਂ ਅੱਗੇ ਕੋਈ ਵੀ ਹਿੰਦੂ ਤੁਰਕ ਖੜੋ ਨਹੀਂ ਸਕੇਗਾ ਅਤੇ ਖਾਲਸਾ ਰਾਜ ਕਰੇਗਾ। ਇੱਥੇ ਗੁਰੂ ਜੀ ਨੇ ਇਹ ਦੱਸਣ ਵਾਸਤੇ ਇੱਕ ਪ੍ਰਸੰਗ ਸੁਣਾਇਆ ਕਿ ਇਹਨਾਂ ਤੁਰਕਾਂ ਦਾ ਹੁਣ ਖਾਲਸੇ ਦੇ ਹੱਥੋਂ ਅੰਤ ਨੇੜੇ ਆ ਗਿਆ ਹੈ। ਕਿ ਇੱਕ ਵਾਰ ਯਮਰਾਜ ਤਪ ਕਰਨ ਲੱਗ ਗਿਆ ਤੇ ਉਸਨੇ ਪ੍ਰਣ ਕੀਤਾ ਕਿ ਜਦ ਤੱਕ ਮੈਂ ਤਪ ਕਰਾਂਗਾ ਤਦ ਤੱਕ ਕਿਸੇ ਦੀ ਮੌਤ ਨਹੀਂ ਕਰਾਂਗਾ। ਯਮਰਾਜ ਦੇ ਇਸ ਨੇਮ ਧਾਰਨ ਕਰਕੇ ਪ੍ਰਜਾ ਬਹੁਤ ਵੱਧ ਗਈ। ਮੌਤ ਦਾ ਕਿਸੇ ਨੂੰ ਡਰ ਨਾ ਰਿਹਾ। ਧਰਤੀ ਉੱਤੇ ਬਹੁਤ ਭੀੜ ਹੋ ਗਈ। ਜਿੱਥੇ ਕਿਤੇ ਜੰਗਲਾਂ ਪਹਾੜਾਂ ਵਿੱਚ ਜੀਵ ਜੰਤੂ ਪਸ਼ੂ ਪੰਛੀ ਮਨੁੱਖ ਆਦਿ ਹੀ ਬੈਠੇ ਖੜੋਤੇ ਤੁਰਦੇ ਫਿਰਦੇ ਹੀ ਦਿਸਣ ਲੱਗੇ। ਮਰੇ ਕੋਈ ਨਾ ਤੇ ਜੰਮਣ ਨਿਤ ਹੁੰਦਾ ਰਿਹਾ। ਜਦ ਕਿਸੇ ਨੂੰ ਮੌਤ ਦਾ ਡਰ ਨਾ ਰਿਹਾ ਤਾਂ ਜਗ ਤਪ ਪਾਠ ਪੂਜਾ ਆਦਿਕ ਕਰਮ ਜੋ ਧਰਮ ਗ੍ਰੰਥ ਵਿੱਚ ਲਿਖੇ ਹਨ ਉਹ ਛੱਡ ਕੇ ਸਭ ਲੋਕ ਭ੍ਰਿਸ਼ਟ ਹੋ ਗਏ। ਬੜੇ ਹੰਕਾਰੀ ਹੋ ਕੇ ਆਖਣ ਲੱਗ ਪਏ ਕਿ ਅਸੀਂ ਦੇਵਤਿਆਂ ਦੇ ਬਰਾਬਰ ਹਾਂ, ਸਾਨੂੰ ਮੌਤ ਨਹੀਂ ਹੈ। ਜਦ ਇਸ ਤਰ੍ਹਾਂ ਦੇਵਤਿਆਂ ਦੀ ਬਹੁਤ ਨਿਰਾਦਰੀ ਹੋਣ ਲੱਗੀ ਤਾਂ ਉਹਨਾਂ ਨੇ ਇਕੱਠੇ ਹੋ ਕੇ ਵਿਸ਼ਨੂੰ ਜੀ ਪਾਸ ਪੁਕਾਰ ਕੀਤੀ
हे प्रभु, सारी सृष्टि तुसां ही पैदा करके आपो अपने ਕੰਮਾਂ ਵਿੱਚ ਲਾਈ ਹੋਈ ਹੈ। ਸਾਡੇ ਤਪ ਆਦਿਕ ਕਰਮਾਂ ਉੱਤੇ ਪ੍ਰਸੰਨ ਹੋ ਕੇ ਤੁਸਾਂ ਸਾਨੂੰ ਬਖਸ਼ਿਸ਼ ਕੀਤੀ, ਜਿਸ ਕਰਕੇ ਸਾਰੇ ਲੋਕ ਸਾਡੀ ਪੂਜਾ ਕਰਨ ਲੱਗੇ। ਹੁਣ ਜਦ ਜੰਮ ਨੇ ਤਪ ਕਰਨ ਕਰਕੇ ਸਾਰੇ ਇਹ ਨੇਮ ਕੀਤਾ ਹੈ ਕਿ ਉਹ ਕਿਸੇ ਦੀ ਮੌਤ ਨਹੀਂ ਕਰੇਗਾ, ਤਾਂ ਸਾਰੇ ਲੋਕ ਭੈ ਰਹਿਤ ਹੋ ਕੇ ਸਾਡੀ ਮਾਨਤਾ ਛੱਡ ਬੈਠੇ ਹਨ। ਵਿਸ਼ਨੂੰ ਜੀ ਨੇ ਦੇਵਤਿਆਂ ਨੂੰ ਧੀਰਜ ਦਿੱਤੀ ਅਤੇ ਆਖਿਆ, ਤੁਸੀਂ ਸਾਰੇ ਆਪੋ ਆਪਣੇ ਸਥਾਨਾਂ ਨੂੰ ਚਲੇ ਜਾਓ। ਜੋ ਗੱਲ ਯਥਾਰਥ ਹੋਵੇਗੀ ਉਹੀ ਹੋਵੇਗੀ, ਤੁਸੀਂ ਚਿੰਤਾ ਨਾ ਕਰੋ। ਕੁਝ ਸਮੇਂ ਉਪਰੰਤ ਜਮਰਾਜ ਦਾ ਤਪ ਸਮਾਪਤ ਹੋ ਗਿਆ। ਉਸਨੇ ਵੇਖਿਆ ਕਿ ਜਗਤ ਵਿੱਚ ਪ੍ਰਜਾ ਬਹੁਤ ਵੱਧ ਰਹੀ ਹੈ ਅਤੇ ਧਰਤੀ ਇਉਂ ਡੋਲ ਰਹੀ ਹੈ ਜਿਵੇਂ ਬਹੁਤ ਭਾਰੀ ਭਾਰ ਨਾਲ ਨਦੀ ਵਿੱਚ ਬੇੜੀ ਡੋਲਦੀ ਹੈ। ਇਹਨਾਂ ਸਾਰੇ ਪਾਪਾਂ ਨੂੰ ਵੇਖ ਕੇ ਜੰਮ ਨੇ ਜਦ ਬੜੇ ਕ੍ਰੋਧ ਨਾਲ ਸ਼ਿਵਾ ਦਾ ਧਿਆਨ ਕੀਤਾ, ਤਾਂ ਕੋਈ ਉਸ ਕ੍ਰੋਧ ਅਗਨੀ ਵਿੱਚ ਸੜ ਕੇ ਅਤੇ ਕੋਈ ਹਵਾ ਨਾਲ ਉੱਡ ਕੇ ਡਿੱਗ ਡਿੱਗ ਕੇ ਮਰ ਗਿਆ। ਬੇਅੰਤ ਜੀਵਾਂ ਦੀਆਂ ਇਸ ਤਰ੍ਹਾਂ ਹੀ ਮੌਤਾਂ ਹੋ ਗਈਆਂ। ਫਿਰ ਬਹੁਤ ਸਾਰਾ ਅੰਨ ਦਾ ਕਾਲ ਪੈ ਗਿਆ, ਉਸ ਨਾਲ ਬਹੁਤ ਸਾਰੇ ਲੋਕ ਮਰ ਗਏ। ਜਿਹੜੇ ਕੁਝ ਬਚ ਗਏ ਉਹਨਾਂ ਨੇ ਆਪਣੀ ਜਿੰਦ ਬਚਾਉਣ ਵਾਸਤੇ ਦੂਸਰੇ ਦੇਸ਼ ਅਫਗਾਨਿਸਤਾਨ ਜਾ ਕੇ ਜਲਾਲਾਬਾਦ ਸ਼ਹਿਰ 'ਚ ਜਿਹੜਾ ਇੱਕ ਜਲਾਲ ਨਾਮ ਦੇ ਗੰਧਰਵ ਨੇ ਵਸਾਇਆ ਸੀ, ਜਾ ਕੇ ਉੱਥੇ ਵਾਸਾ ਕਰ ਲਿਆ। ਉਹਨਾਂ ਦੀ ਬਹੁਤ ਸੰਤਾਨ ਵੱਧ ਗਈ। ਇੱਧਰ ਭਾਰਤ ਵਿੱਚ ਕੈਰੋਂ ਪਾਂਡੋ ਆਪਸ ਵਿੱਚ ਵੈਰ ਵਧਾ ਕੇ ਬਹੁਤ ਭਿਆਨਕ ਯੁੱਧ ਕਰਕੇ ਟੱਬਰਾਂ ਦੇ ਟੱਬਰ ਮੌਤ ਦੇ ਘਾਟ ਉਤਰ ਗਏ। ਉਧਰ ਜਲਾਲਾਬਾਦ ਤੋਂ ਦੁਰਯੋਧਨ ਨੇ ਆਪਣੇ ਮਾਮੇ ਸ਼ੁਕਨੀ ਕੁਮਾਰ ਨੂੰ ਬਹੁਤ ਸਾਰੀ ਸੈਨਾ ਸਹਿਤ ਯੁੱਧ ਵਿੱਚ ਆਪਣੀ ਸਹਾਇਤਾ ਵਾਸਤੇ ਲਿਆਂਦਾ ਸੀ। ਉਹ ਵੀ ਸਾਰੇ ਮਾਰੇ ਗਏ। ਉਹਨਾਂ ਵਿੱਚੋਂ ਜਿਹੜੇ ਬਾਕੀ ਥੋੜੇ ਬਚ ਗਏ, ਉਹਨਾਂ ਨੇ ਉਲਟਾ ਰਸਤਾ ਫੜ ਲਿਆ ਤੇ ਚੌਂ ਵਰਨਾ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਦਾ ਭਰਮ ਮਿਟਾ ਦਿੱਤਾ। ਇੱਕਮਿਕ ਹੋ ਕੇ ਇਕੱਠੇ ਹੀ ਖਾਣ ਪੀਣ ਲੱਗ ਪਏ ਅਤੇ ਆਪਸ ਵਿੱਚ ਹੀ ਪੁੱਤਰ ਧੀਆਂ ਦੇ ਵਿਆਹ ਕਰ ਲਏ। ਉਹਨਾਂ ਦੀ ਬਹੁਤ ਸੰਤਾਨ ਹੋ ਗਈ, ਜਿਨ੍ਹਾਂ ਨੇ ਸਭ ਰੀਤਾਂ ਰਸਮਾਂ ਮੇਟ ਦਿੱਤੀਆਂ। ਇਸ ਤਰ੍ਹਾਂ ਕਰਕੇ ਸ਼ੰਕਰ ਵਰਨ ਪ੍ਰਚਲਿਤ ਹੋ ਗਿਆ। ਇਹਨਾਂ ਦਾ ਨਾਸ਼ ਖਾਲਸੇ ਦੇ ਹੱਥੋਂ ਹੋਵੇਗਾ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।